ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਇਹ ਪਹਿਲਾਂ ਘਰੇ ਕਿਉਂ ਨਹੀਂ ਗਿਆ, ਉਹ ਅੱਗੇ ਚੱਲ ਕੇ ਦੱਸਦੇ ਆ ਜੀ। ਵੀ ਵਾਰਦਾਤ ਵਾਲੇ ਦਿਨ ਘਰੇ ਗਿਆ ਰਾਤ ਨੂੰ 7 ਵਜੇ। ਉੱਥੇ ਫਿਰ ਜਦੋਂ ਬਹਿਸ ਹੋਈ ਆਪਸ ਵਿੱਚ ਤੇ ਜਾਣੀ ਇਹ 10-11 ਮਿੰਟਾਂ 'ਚ ਹੀ ਕੰਮ ਤਮਾਮ ਇਹਨੇ ਕਰ ਦਿੱਤਾ। ਘਰੇ ਜਾ ਕੇ ਬਿਲਕੁਲ ਵੱਢ ਦਿੱਤੀਆਂ ਦੋਨੇ ਹੀ। ਬਲਜੀਤ ਤੇ ਅਵਤਾਰ ਜਾਣੀ ਮਾਂ ਧੀ ਸੀਗੀਆਂ। ਪਹਿਲਾਂ ਉਹਨਾਂ ਨੂੰ ਬੈਡਰੂਮ ਚੋਂ ਜਾਣੀ ਚਾਕੂ ਵਗੈਰਾ ਮਾਰਨੇ ਸ਼ੁਰੂ ਕੀਤੇ, ਫੇਰ ਗਾਂ ਥੱਲੇ ਆ ਗਏ ਰਸੋਈ ਦੇ ਵਿੱਚ ਖਿੱਚਾ ਧੋਈ ਕਰਦੇ ਇੱਕ ਦੂਜੇ ਨੂੰ। ਤੇ ਉੱਥੇ ਆ ਕੇ ਜਾਣੀ ਕਿ ਬਹੁਤ ਬੁਰੀ ਤਰ੍ਹਾਂ ਜਾਣੀ ਇਹਨੇ ਜਿਹੜੀ ਬਲਜੀਤ ਸੀਗੀ ਉਹਦੇ ਤਾਂ ਸਿਰ ਵਿੱਚ, ਗਰਦਨ 'ਚ, ਚਿਹਰੇ ਤੇ, ਛਾਤੀਆਂ ਜਾਣੀ ਕਿ 70 ਤੋਂ ਵੱਧ ਵਾਰੀ ਜਿਹੜੇ ਨਾ ਚਾਕੂ ਮਾਰੇ ਉਹ ਸੀਗੇ ਬਲਜੀਤ ਦੇ, ਆਪਣੀ ਵਾਈਫ ਦੇ ਜੀ। ਤੇ ਜਿਹੜੀ ਸੱਸ ਸੀਗੀ ਅਵਤਾਰ, ਉਹਨੂੰ 40 ਤੋਂ ਵੱਧ ਵਾਰ ਚਾਕੂ ਮਾਰੇ ਹੋ ਸੀਗੇ। ਹੁਣ ਵੀ ਇਹ ਲੋਹੜੀ ਮਨਾਉਣ ਦਾ ਜਾਣੀ ਰੌਲਾ ਕੱਲਾ ਨਹੀਂ ਸੀਗਾ। ਇਹ ਤਾਂ ਹੁਣ ਕੋਰਟ ਦੇ ਵਿੱਚ ਚਲੋ ਏਦਾਂ ਹੈਗੀ ਆ ਗੱਲ ਵੀ ਇਹ ਵਾਰਦਾਤ ਕਿਉਂ ਵਾਪਰੀ ਜੀ, ਵੀ ਆ ਮੈਂ ਏਦਾਂ ਚਾਹੁੰਦਾ ਸੀ, ਇਹ ਏਦਾਂ ਚਾਹੁੰਦੀਆਂ ਸੀਗੀਆਂ ਤੇ ਜੋ ਕੁਛ ਕਰਦੀਆਂ ਸੀ ਮੈਨੂੰ ਦੱਸ ਨਹੀਂ ਸੀ ਰਹੀਆਂ। ਤੇ ਵੀ ਜਿਹੜੀ ਇਹ ਮੇਰੇ ਖਿਲਾਫ ਜਾਣੀ ਏਦਾਂ ਆਪ ਹੁਦਰਾਪਨ ਸੀਗਾ ਜਾਂ ਫਿਰ ਮੇਰੇ ਨਾਲ ਝੂਠ ਬੋਲਦੀਆਂ ਸੀਗੀਆਂ, ਖਾਸ ਤੌਰ ਤੇ ਮੇਰੀ ਵਾਈਫ ਜਿਹੜੀ ਮੇਰੇ ਨਾਲ ਝੂਠ ਬੋਲਦੀ ਸੀਗੀ, ਉਹਦੇ ਨਾਲ ਫਿਰ ਮੈਂ ਆਪਣੇ ਆਪ ਨੂੰ ਜਾਣੀ ਕਹਿੰਦਾ ਮੈਂ ਬਹੁਤ ਜਾਣੀ ਇਨਸਲਟਡ, ਬੇਇੱਜ਼ਤ ਮਹਿਸੂਸ ਕਰਦਾ ਸੀ। ਤੇ ਜਿਹੜੀ ਸੱਸ ਸੀਗੀ ਮੇਰੀ ਇਹ ਅਵਤਾਰ, ਤੇ ਇਹ ਸਾਡੇ ਵਿੱਚ ਜਾਣੀ ਬੇਲੋੜਾ ਦਖਲ ਦੇਣੋਂ ਹਟਦੀ ਨਹੀਂ ਸੀ, ਜਿਹ ਤੋਂ ਮੈਂ ਬਹੁਤ ਪਰੇਸ਼ਾਨ ਸੀਗਾ। ਫਿਰ ਮਤਲਬ ਹੁਣ ਇਹ ਤੇ ਫਸਟ ਡਿਗਰੀ ਮਰਡਰ ਜਾਣੀ ਕਿ ਲੱਗਾ ਸੀਗਾ। ਤੇ ਜਿਹੜਾ ਕਰਾਊਨ ਹੈ ਉਹਦਾ ਇਹ ਦਾਵਾ ਆ ਵੀ ਜਿਹੜਾ ਇਹ ਦਲਵਿੰਦਰ ਸੀਗਾ ਨਾ ਦੋਸ਼ੀ, ਵੀ ਇਹਨੇ ਜਾਨੀ ਸਕੀਮ ਬਣਾ ਕੇ ਦੋਨਾਂ ਨੂੰ ਮਾਰਿਆ। ਵੀ ਇਹ ਘਰੇ ਜਦੋਂ ਗਿਆ ਇਹਨਾਂ ਨੂੰ ਮਾਰਨ ਵਾਸਤੇ ਹੀ ਗਿਆ ਸੀਗਾ ਤੇ ਸਿੱਧਾ ਜਾਣੀ ਕਿ ਉੱਤੋਂ ਇਹਨੇ ਘਰ ਦੀ ਬੈਡਰੂਮ ਚੋਂ ਸ਼ੁਰੂ ਕਰਕੇ ਜਾਣੀ ਕਿ ਇਹਨੂੰ ਰਸੋਈ ਤੱਕ ਲਿਜਾ ਕੇ ਜਾਣੀ ਖਿੱਚ ਧੂ ਕੇ ਕਾਫੀ ਏਦਾਂ ਜਿੱਦਾਂ ਆਪਾਂ ਦੱਸਿਆ ਵੀ ਕਿੰਨੇ ਵਾਰ ਕਰਕੇ ਮਾਰਿਆ। ਪਰ ਉਸ ਤੋਂ ਬਾਅਦ ਫਿਰ ਇਹਨੇ ਕੀ ਕੀਤਾ ਵੀ ਮੇਰਾ ਹੁਣ ਜਿਹੜਾ ਗੁਨਾਹ ਮੈਂ ਲੁਕੋ ਲਵਾਂ। ਇਹਨੇ ਬੜੀ ਕਮਾਲ ਦੀ ਉੱਥੇ ਸਾਜ਼ਿਸ਼ ਘੜੀ, ਜਿੱਦਾਂ ਕਿ ਕੋਰਟ ਦੇ ਡਾਕੂਮੈਂਟਸ ਵਿੱਚ ਲਿਖਿਆ ਹੋਇਆ। ਉਹਨੇ ਜਾਣੀ ਕਿ ਇਹ ਕੋਸ਼ਿਸ਼ ਕੀਤੀ ਵੀ ਇਹ ਬਲਜੀਤ ਤੇ ਜਿਹੜੀਆਂ ਅਵਤਾਰ ਆ ਨਾ, ਵੀ ਮੇਰੀਆਂ ਜਿਹੜੀ ਇਹ ਵਾਈਫ ਸੀਗੀ ਤੇ ਮੇਰੀ ਸੱਸ ਸੀਗੀ, ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਸੀ। ਅੱਛਾ। ਤੇ ਮੈਂ ਆਪਣੇ ਬਚਾਅ ਕਰਦਿਆਂ ਜਾਣੀ ਇਹ ਮਾਰੀਆਂ ਗਈਆਂ। ਅੱਛਾ। ਫਿਰ ਜਾਣੀ ਕਿ ਇਹਨੇ ਕੀ ਕੀਤਾ, ਜਦੋਂ ਮਾਰ ਦਿੱਤੀਆਂ ਉੱਥੇ ਖੂਨ ਮਾਰ ਕੇ ਤੇ ਮਰੀ ਪਈ ਬਲਜੀਤ ਜਿਹੜੀ ਇਹਦੀ ਵਾਈਫ ਸੀ, ਉਹਦੇ ਹੱਥ ਵਿੱਚ ਚਾਕੂ ਫੜਾਤਾ, ਮਤਲਬ ਲਾਸ਼ ਦੇ ਹੱਥ ਵਿੱਚ ਚਾਕੂ ਫੜਾਤਾ। ਇੱਕ ਚਾਕੂ ਆਪਣੀ ਜਿਹੜੀ ਸੱਸ ਸੀ ਉਹਦੀ ਲਾਸ਼ ਦੇ ਲਾਗੇ ਰੱਖਤਾ। ਪੁਲਿਸ ਨੂੰ ਇਹ ਦੱਸਿਆ ਮੌਕੇ ਤੇ ਵੀ ਇਹ ਮਾਂ ਧੀ ਦੋਨੇ ਆਪਸ ਵਿੱਚ ਲੜਦੀਆਂ ਸੀ ਤੇ ਇੱਕ ਦੂਜੇ ਨੂੰ ਚਾਕੂ ਮਾਰ ਕੇ ਇਹਨਾਂ ਨੇ ਮਾਰ ਦਿੱਤਾ। ਅੱਛਾ। ਜਦ ਕਿ ਫਿਰ ਜਦੋਂ ਹੁਣ ਮੌਕੇ ਤੇ ਸਾਰਾ ਐਵੀਡੈਂਸ ਕਲੈਕਟ ਕਰਦੀ ਆ ਪੁਲਿਸ, ਉੱਥੇ ਜਿਹੜੀ ਉਹਦੇ ਮੁਤਾਬਕ ਕਹਾਣੀ ਹੋਰ ਨਿਕਲੀ। ਤੇ ਇਹ ਜਾਣੀ ਕਿ ਦੋਨੇ ਹੀ ਹੁਣ ਜਿਹੜਾ ਦਲਵਿੰਦਰ ਆ ਕਾਤਲ ਕਹਿ ਲਓ, ਦੂਰੇ ਕਤਲ ਕੇਸ ਦਾ, ਇਹਦਾ ਬਲਜੀਤ ਦੇ ਨਾਲ ਵਿਆਹ ਤਾਂ ਹਜੇ ਕੋਈ ਹੋਏ ਨੂੰ ਬਾਹਲਾ ਦੇਰ ਨਹੀਂ ਹੋਈ, 2016 ਚ ਹੀ ਹੋਇਆ। ਉਹ ਤੋਂ ਛੇਤੀ ਮਗਰੋਂ ਲੇਕਿਨ ਕਿ ਇਹਨਾਂ ਦੇ ਝਗੜੇ ਸ਼ੁਰੂ ਹੋ ਗਏ, ਕਿਉਂਕਿ ਵਿਆਹਾਂ ਤੇ ਆਪਾਂ ਭੰਗੜੇ ਵਗੈਰਾ ਤੇ ਬਹੁਤ ਪਾਉਣੇ ਮਾਰ ਕੇ ਤੇ ਆਤੀ ਚੁੱਕੀ ਹੁੰਦੀ ਆਪਾਂ, ਹਨਾ। ਅੱਛਾ। ਤੇ ਫੇਰ ਅਗਲੇ ਸਾਲ ਇਹਨਾਂ ਦੇ ਘਰੇ ਬੱਚਾ ਪੈਦਾ ਹੋਇਆ। ਉਸ ਬੱਚੇ ਦੀ ਕਹਿ ਲਓ ਵੀ ਲੋਹੜੀ ਮਨਾਉਣ ਦੀ ਜਿਹੜੀ ਆਪਾਂ ਇਹ ਗੱਲ ਕਰ ਚੁੱਕੇ ਹਾਂ, ਵੀ ਜਿੱਥੋਂ ਇਹ ਕਹਿੰਦੇ ਨੇ ਵੀ ਗੱਲ ਵਧੀ ਹੈ ਜਾਂ ਉਹਨੂੰ ਕਹਿ ਲਓ ਬਹਾਨਾ ਮਿਲ ਗਿਆ ਇਸ ਤਰੀਕੇ ਨਾਲ। ਪਰ ਇਹ ਤੋਂ ਪਹਿਲਾਂ ਮਤਲਬ ਜਦੋਂ ਬੱਚੇ ਦਾ ਜਨਮ ਹੋਇਆ 2017 ਦੇ ਵਿੱਚ, ਉਸ ਵੇਲੇ ਵੀ ਪੁਲਿਸ ਕੋਲ ਰੈਕਡ ਆ ਵੀ ਇਹ ਦਲਵਿੰਦਰ ਆ ਜਿਹੜਾ ਪਤਨੀ ਨੂੰ ਕੁੱਟਣ ਦੇ ਦੋਸ਼ ਦੇ ਵਿੱਚ ਚਾਰਜ ਹੋਇਆ ਸੀ। ਅੱਛਾ। ਉਦੋਂ ਫਿਰ ਜਿਹੜੀ ਇਹਦੀ ਬੇਲ ਹੋਈ, ਜ਼ਮਾਨਤ ਹੋਈ, ਉਹਦੇ ਵਿੱਚ ਕੰਡੀਸ਼ਨਸ ਜਿਹੜੀਆਂ ਸ਼ਰਤਾਂ ਸੀਗੀਆਂ ਵੀ ਇਹਨੇ ਬਲਜੀਤ ਦੇ ਆਪਣੀ ਵਾਈਫ ਦੇ ਨੇੜੇ ਨਹੀਂ ਜਾਣਾ, ਨਾ ਉਸ ਘਰ ਵਿੱਚ ਜਾ ਕੇ ਰਹਿਣਾ। ਸੋ ਪਈ ਲੇਕਿਨ ਕਿ ਜਾਣੀ ਵਾਰਦਾਤ ਵਾਲੇ ਦਿਨ ਇਹਨੇ ਆਪਣੀਆਂ ਜ਼ਮਾਨਤ ਦੀਆਂ ਜਿਹੜੀਆਂ ਸ਼ਰਤਾਂ ਸੀਗੀਆਂ, ਕੰਡੀਸ਼ਨਸ ਸੀਗੀਆਂ, ਤੋੜ ਕੇ ਉੱਥੇ ਗਿਆ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੋ ਹੁਣ ਕਹਿ ਕਹਾ ਕੇ ਤਾਂ ਦੇਖ ਲਓ ਵੀ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਫਿਰ ਆਪਾਂ ਕਹਿੰਦੇ ਹਾਂ ਆਪਣੇ ਕਸੂਰ ਲੁਕਾਉਣ ਲਈ ਅਸੀਂ ਕਸੂਰ ਹੋਰਨਾਂ ਦੇ ਕੱਢਣੋਂ ਹਟਦੇ ਨਹੀਂ। ਆਪਾਂ ਜੇ ਪਿਛਲੇ ਹਫ਼ਤੇ ਸ਼ੇਅਰ ਕੀਤਾ ਸੀ ਭੁਪਿੰਦਰਪਾਲ ਸਿੰਘ ਗਿੱਲ ਓਟਵਾ ਵਾਲਾ, ਜਿਹਨੇ ਪ੍ਰੇਮਿਕਾ ਦੇ ਨਾਲ, ਗੁਰਪ੍ਰੀਤ ਦੇ ਨਾਲ ਰਲ ਕੇ ਆਪਣੀ ਪਤਨੀ
ਜਗਤਾਰ ਕੌਰ ਗਿੱਲ ਦਾ ਮਰਡਰ ਕੀਤਾ ਜਾਂ ਕਰਾਇਆ, ਉਹ ਵੀ ਦੋਨੇ ਜਾਣੀ ਫਸਟ ਡਿਗਰੀ ਮਰਡਰ ਦੇ ਵਿੱਚ ਉਹਨਾਂ ਨੂੰ ਉਮਰ ਕੈਦਾਂ ਹੋ ਚੁੱਕੀਆਂ। ਉਹਨਾਂ ਨੇ ਵੀ ਜਾਣੀ ਆਪਣੇ ਕਸੂਰ ਇਹ ਦੋਸ਼ ਲੁਕਾਉਣ ਲਈ ਕਿੱਦਾਂ ਕਿੱਦਾਂ ਦੀਆਂ ਸਕੀਮਾਂ ਘੜੀਆਂ, ਪਰ ਪੁਲਿਸ ਨੇ ਜਿਹੜੀ ਆ ਉਹ ਐਵੀਡੈਂਸ ਮੌਕੇ ਤੋਂ ਕਲੈਕਟ ਕਰਕੇ ਉਹ ਗੁਰਪ੍ਰੀਤ ਦਾ DNA ਉੱਥੋਂ ਮਿਲਿਆ ਸੀਗਾ ਭਾਵੇਂ ਹਾਂਜੀ ਵੀ ਉਹ ਅਖੀਰ ਤੱਕ ਕਹਿੰਦੀ ਰਹੀ ਵੀ ਮੈਂ ਇੱਦਾਂ ਨਹੀਂ ਕੀਤਾ। ਕੇਸ ਦੀ ਸੁਣਵਾਈ ਵੀ 2 ਵਾਰੀ ਹੋਈ, ਪਰ ਨਤੀਜਾ ਜੱਜ ਨੇ ਇਹੀ ਕੱਢਿਆ ਕਿ ਨਹੀਂ, ਦੋਸ਼ੀ ਫਸਟ ਡਿਗਰੀ ਮਰਡਰ ਦੇ ਇਹ ਹੀ ਪ੍ਰੇਮੀ ਜੋੜਾ ਹੀ ਆ ਕਹਿ ਲਓ ਵੀ, ਤੇ ਜਿਨ੍ਹਾਂ ਨੇ ਕਿ ਇਸ ਤਰੀਕੇ ਨਾਲ ਸਾਜ਼ਿਸ਼ ਕਰਕੇ ਉਹ ਕਤਲ ਕੀਤਾ। ਹੁਣ ਉਸ ਦੇ ਤਹਿਤ ਹੀ ਵੀ ਜਾਣੀ ਇਹ ਬਦਲੇ ਦੀ ਅੱਗ ਦੇ ਵਿੱਚ ਅੱਗ ਬਬੂਲਾ ਹੋਇਆ, ਇਹ ਬਦਲੇ ਦੀ ਅੱਗ ਦੇ ਵਿੱਚ ਅੱਗ ਬਬੂਲਾ ਹੋਇਆ ਦਲਵਿੰਦਰ ਹੈ ਜਿਹੜਾ ਜੀ ਵੀ ਉਹ ਵੀ ਇਸ ਅੰਜਾਮ ਨੂੰ ਪਹੁੰਚਿਆ ਇੱਥੇ ਬਰੈਂਪਟਨ ਦੇ ਵਿੱਚ। ਸੋ ਇਹ ਕੈਨੇਡਾ ਦੇ ਵਿੱਚ ਪਤਨੀਆਂ ਨੂੰ ਕਤਲ ਕਰਨ ਦੀ ਘਟਨਾ ਕੋਈ ਪਹਿਲੀ ਵਾਰ ਨਹੀਂ ਵਾਪਰੀ। ਇਹ ਜਿੰਨਾ ਕਿ ਇਤਿਹਾਸ ਸਾਡਾ ਪੰਜਾਬੀਆਂ ਦਾ ਕੈਨੇਡਾ ਵਿੱਚ ਹੈਗਾ, ਓਨਾ ਕੀ ਪੁਰਾਣਾ ਇਤਿਹਾਸ ਇਹ ਡੋਮੈਸਟਿਕ ਵਾਇਲੈਂਸ ਹੈ ਜੀ, ਓਨਾ ਕੀ ਇਤਿਹਾਸ ਪੁਰਾਣਾ ਇੱਥੇ ਪਤਨੀਆਂ ਨੂੰ ਕਤਲ ਕਰਨ ਦਾ ਰਿਹਾ ਜੀ। ਅਸੀਂ ਉਹ ਵੀ ਸਾਲ ਅਰਸ਼ ਦੇਖੇ ਨੇ ਜਦੋਂ ਕਿ ਮੌਂਟਰੀਅਲ ਤੋਂ ਲੈ ਕੇ ਓਟਵਾ ਤੋਂ ਲੈ ਕੇ ਬਰੈਂਪਟਨ, ਟੋਰਾਂਟੋ, ਐਡਮਿੰਟਨ, ਕੈਲਗਰੀ, ਸਰੀ, ਵੈਨਕੂਵਰ, ਸਾਰੇ ਸ਼ਹਿਰਾਂ 'ਚ ਕੈਨੇਡਾ ਦੇ ਵਿੱਚ ਇਹਨਾਂ 'ਚ 1 ਸਾਲ ਦੇ ਦੌਰਾਨ ਹੀ ਘੱਟੋ ਘੱਟ ਇੱਕ ਕੇਸ ਪੰਜਾਬੀ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਮਾਰਨ ਦਾ ਵਾਪਰਿਆ। ਉਹਦੇ ਵਿੱਚ ਗੁਰਦੁਆਰਾ ਤੱਕ ਦੇ ਪ੍ਰਧਾਨ ਵੀ ਮਤਲਬ ਸ਼ਾਮਲ ਹੈ ਨਾ, ਅਜੇ ਵੀ ਉਹ ਜੇਲ੍ਹ 'ਚ ਹੈ। ਸੋ ਇਸ ਕਰਕੇ ਇਹ ਜਿਹੜੇ ਸਾਡੇ ਇਸ ਤਰ੍ਹਾਂ ਦੇ ਇੱਥੇ ਆਪਾਂ ਲੈ ਕੇ ਆਉਂਦੇ ਹਾਂ ਨਾ ਸੁਭਾਅ, ਉਹਨਾਂ ਸੁਭਾਵਾਂ ਦੇ ਵਿੱਚੋਂ ਅਰਸ਼ ਇਹ ਤਬਾਹੀਆਂ ਜਿਹੜੀਆਂ ਲਗਾਤਾਰਤਾ ਦੇ ਨਾਲ ਨਿਕਲਣੀਆਂ ਜਾਰੀ ਹੈ ਜੀ। ਔਰ ਜੌਲ ਸਾਹਿਬ ਮੈਂ ਇਸ ਚੀਜ਼ ਦੇ ਵਿੱਚ ਵਾਊਚ ਕਰ ਸਕਦਾ। ਮੈਂ ਪੀਐਲ ਪੁਲਿਸ ਜਾਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਕਿਸੇ ਪਾਰਟੀ 'ਤੇ ਗਏ ਸੀ ਅਤੇ 2 ਨੌਜਵਾਨ ਮੁੰਡੇ ਜਿਹੜੇ ਹਾਲੇ ਨਵੇਂ ਭਰਤੀ ਹੋਏ ਅਤੇ ਚਾਹ ਹੁੰਦਾ ਜੀ ਸਟੋਰੀਆਂ ਦੱਸਣ ਦਾ ਉਹਨਾਂ ਨੂੰ ਕਿ ਇੱਦਾਂ ਹੋ ਰਿਹਾ ਅਤੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ, ਮੈਂ ਕਿਹਾ ਵਾਟ ਇਜ਼ ਦ ਬਿਗੇਸਟ ਕ੍ਰਾਈਮ ਰੇਟ ਇਨ ਬਰੈਂਪਟਨ ਮਿਸਿਸਾਗਾ? ਕਹਿੰਦੇ ਅਰਸ਼ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਡੋਮੈਸਟਿਕ ਵਾਇਲੈਂਸ। ਅੱਛਾ, ਮੈਂ ਕਿਹਾ ਓਕੇ ਦੈਟਸ ਫਾਈਨ। ਕਹਿੰਦੇ ਨਹੀਂ ਦੈਟਸ ਨਾਟ ਫਾਈਨ। ਕਹਿੰਦੇ ਆਪਣੇ ਬੰਦੇ ਆ, ਆਪਣੇ ਬੰਦੇ, ਕਹਿੰਦੇ ਘਰ ਕਹਿੰਦੇ ਉਹ ਅਰਸ਼ ਕਹਾਣੀ ਆ, ਆਪਣੇ ਘਰਾਂ ਦੇ ਵਿੱਚ ਪਹਿਲੋਂ ਕਾਲ 911 ਆਪਣੇ ਜਾਂ ਫਿਰ ਬੱਚਾ ਕਰਦਾ ਆ ਤੇ ਜਾਂ ਫਿਰ ਜਿਹੜਾ ਵੀ ਪਰਿਵਾਰ ਦਾ ਪਹਿਲੋਂ ਲੜਾਈ ਸ਼ੁਰੂ ਕਰਦਾ ਉਹ 911 ਉਹਦੇ ਪੋਟਿਆਂ ਤੇ ਰੱਟਿਆ ਹੁੰਦਾ ਆ। ਯੈਸ, ਕਿਉਂਕਿ ਅਰਸ਼ ਇਹ ਆ ਵੀ ਅਸੀਂ ਇਹ ਜੋ ਦਿਮਾਗਾਂ ਦੇ ਵਿੱਚ ਇੱਥੇ ਇੰਪੋਰਟ ਕਰਦੇ ਆ ਉਹਦਾ ਸਿੱਟਾ ਸਾਨੂੰ ਇੱਥੇ ਪ੍ਰਾਪਤ ਹੁੰਦਾ ਵੀ ਜ਼ਿੰਦਗੀ ਜਿਹੜੀ ਆ ਉਹ ਸਵਰਗ ਬਣਨੀ ਆ ਕਿ ਨਰਕ ਬਣਨੀ ਆ। ਜੀ ਜੀ ਜੀ। ਜਦੋਂ ਅਸੀਂ ਨਵੀਂ ਜਗ੍ਹਾ ਤੇ ਜਾ ਕੇ ਉੱਥੇ ਕੁਝ ਨਵਾਂ ਕਰਨ ਤੋਂ ਇਨਕਾਰੀ ਆ, ਅਸੀਂ ਘਰਾਂ ਦੇ ਵਿੱਚ ਮਾਹੌਲ ਉਹੀ ਰੱਖਣਾ ਚਾਹੁੰਦੇ ਆ ਜਿਹੜਾ ਕਿ ਅਸੀਂ ਉੱਥੋਂ ਇੰਪੋਰਟ ਕੀਤਾ ਨਾਲ ਜੀ। ਸੋ ਵੀ ਉਹਦੇ ਵਿੱਚ ਕੋਈ ਮਾੜੀ ਮੋਟੀ ਵੀ ਐਡਜਸਟਮੈਂਟ ਇੱਥੋਂ ਦੇ ਮਾਹੌਲ ਕਾਇਦੇ ਕਾਨੂੰਨਾਂ ਦੇ ਮੁਤਾਬਕ ਨਹੀਂ ਕਰਨਾ ਚਾਹੁੰਦੇ ਤੇ ਕਾਨੂੰਨਾਂ ਦੇ ਵਿੱਚ ਨੁਕਸ ਕੱਢਦੇ ਆ, ਆਪਣੇ ਵਿੱਚ ਕੋਈ ਨਹੀਂ। ਚਲੋ ਨੁਕਸ ਤਾਂ ਕਾਨੂੰਨਾਂ ਵਿੱਚ ਵੀ ਸਦਾ ਹੀ ਹੁੰਦੇ ਨੇ, ਸਰਕਾਰਾਂ ਵਿੱਚ ਵੀ ਹੁੰਦੇ ਨੇ, ਬਿਲਕੁਲ। ਪਰ ਜਾਪ ਰਿਹਾ ਵੀ ਇਹ ਕੋਈ ਦੇਸ਼ ਇਸ ਧਰਤੀ ਤੇ ਹੈ ਤਾਂ ਨਹੀਂਗਾ ਵੀ ਜਿਸ 'ਚ ਆਪਾਂ ਨੁਕਸ ਕਸੂਰ ਨਹੀਂ ਕੱਢ ਸਕਦੇ। ਨਾ ਕੋਈ MP ਹੋਣਗੇ, ਪ੍ਰਧਾਨ ਮੰਤਰੀ, ਸਾਰਿਆਂ 'ਚ ਨੁਕਸ ਹੋਣਗੇ ਹੀ 100%। ਪਰ ਹੁਣ ਆਹ ਜਿਹੜੀਆਂ ਘਟਨਾਵਾਂ ਲਗਾਤਾਰਤਾ ਦੇ ਨਾਲ ਤੁਸੀਂ ਵੀ ਦੱਸ ਰਹੇ ਹੋ ਵੀ ਘਰਾਂ ਦੇ ਵਿੱਚ ਹੁਣ ਕਿਹੜਾ ਪ੍ਰਧਾਨ ਮੰਤਰੀ ਆ ਜਿਹੜਾ ਆ ਕੇ ਲੋਕਾਂ ਨੂੰ ਕਹਿੰਦਾ ਵੀ ਘਰਾਂ 'ਚ ਏਦਾਂ ਲੜੀ ਚੱਲੋ, ਕੁੱਟ ਕਟਾਪੇ ਕਰੀ ਚੱਲੋ ਤੇ ਤਰੀਕਾਂ ਭੁਗਤੀ ਚੱਲੋ, ਆਪਣੇ ਸ਼ਿਫਟਾਂ ਨਾਲ ਲਾਏ ਜਿਹੜੇ ਚੈੱਕ ਆ ਮਹਿੰਗੇ ਲਿਖ ਕੇ ਬਾਅਦ ਚੋਂ ਵਕੀਲਾਂ ਨੂੰ ਦੇਈ ਚੱਲੋ, ਹਨਾ। ਤੇ ਤੁਸੀਂ ਆਏ ਸੀ ਸਵਰਗ ਭੋਗਣ ਤੇ ਅੱਡੀਆਂ ਰਗੜੋ 25 ਸਾਲ ਬਹਿ ਕੇ ਕੈਨੇਡਾ ਦੀ ਜੇਲ੍ਹ ਦੇ ਵਿੱਚ ਜੀ। ਕਿੰਨੀ ਵੱਡੀ ਇਹ ਸੰਗ ਦੀ ਗੱਲ ਹੋ ਸਕਦੀ ਆ ਵੀ ਇੱਕ ਵਿਅਕਤੀ ਕੈਨੇਡਾ ਦੇਸ਼ ਚੱਲ ਕੇ ਆਵੇ, ਆਪਣੀ ਜਨਮ ਭੂਮੀ ਤੋਂ ਸਵਰਗ ਵਰਗਾ ਵਧੀਆ ਕੋਈ ਜੀਵਨ ਮਾਨਣ ਤੇ ਪਹੁੰਚ ਜਾਵੇ ਉਹ ਕੈਨੇਡਾ ਦੀ ਜੇਲ੍ਹ ਦੇ ਵਿੱਚ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਦੇ ਵਿੱਚ। ਹਾਂਜੀ। ਸੋ ਇਸ ਕਰਕੇ ਆਪਸ਼ਨਸ ਆਰ ਅਵੇਲੇਬਲ, ਪਰ ਜਦੋਂ ਆਪਾਂ ਨਹੀਂ ਜਾਣੀ ਕਿ ਉਸ ਰਾਹ ਤੇ ਤੁਰਨਾ ਚਾਹੁੰਦੇ, ਸਿਸਟਮ ਦੇ ਵਿੱਚ ਨੁਕਸ ਕੱਢਦੇ ਆ। ਫਿਰ ਜੇ ਇਹ ਸਿਸਟਮ ਤਾਂ ਦੇਖੋ ਸਾਡੇ ਆਉਣ ਤੋਂ ਪਹਿਲਾਂ ਵੀ ਏਦਾਂ ਹੀ ਸੀਗਾ ਜੀ ਜੀ। ਇਹ ਗੱਲ ਆ ਜਾਂਦੀ ਵੀ ਸਾਡੀ ਇਕੱਲੀ ਕਮਿਊਨਿਟੀ 'ਚ ਇਹ ਕੁਛ ਨਹੀਂ ਵਾਪਰਦਾ, ਡੋਮੈਸਟਿਕ ਵਾਇਲੈਂਸ ਹੋਰ ਕਮਿਊਨਿਟੀਜ਼ ਵਿੱਚ ਵੀ ਹੈਗੀ ਆ। ਬਿਲਕੁਲ ਉਹਨਾਂ ਦਾ ਫਿਕਰ ਛੱਡ ਕੇ ਸਾਨੂੰ ਪਹਿਲਾਂ ਆਪਣੇ ਤੇ ਧਿਆਨ ਕਰਕੇ ਆਪਣੇ ਨੁਕਸ ਕੱਢ ਲੈਣੇ ਚਾਹੀਦੇ ਵੀ ਸਾਡੀ ਕਮਿਊਨਿਟੀ 'ਚ ਜਦੋਂ ਨਹੀਂ ਹੋਊਗਾ ਨਾ ਤਾਂ ਫਿਰ ਅਸੀਂ ਝਾਤੀ ਹੋਰ ਕਮਿਊਨਿਟੀਆਂ ਵੱਲ ਵੀ ਮਾਰ ਲਾਂਗੇ ਵੀ ਉਹਨਾਂ 'ਚ ਕੀ ਹੋ ਰਿਹਾ। ਜੀ 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 ਜੀ। ਜਿੰਨਾ ਚਿਰ ਹੁਣ ਤੁਹਾਨੂੰ ਦੱਸਿਆ ਪੁਲਿਸ ਆਫੀਸਰਸ ਨੇ ਵੀ ਪੰਜਾਬੀਆਂ ਦੇ ਘਰਾਂ ਵਿੱਚ ਆ ਤੇ ਹੁਣ ਮਿਸਿਸਾਗਾ ਤੇ ਬਰੈਂਪਟਨ 'ਚ ਇਕੱਲੇ ਪੰਜਾਬੀ ਰਹਿੰਦੇ ਆ। ਨਹੀਂ ਹੋਊਗਾ ਹੋਰ ਕਮਿਊਨਿਟੀਆਂ ਦੇ ਵਿੱਚ ਵੀ, ਪਰ ਪ੍ਰਪੋਰਸ਼ਨੇਟਲੀ ਜਾਣੀ ਕਿ ਅਸੀਂ ਕਮਿਊਨਿਟੀ ਜਿਹੜੇ ਹੈਗੇ ਆ ਡੋਮੈਸਟਿਕ ਵਾਇਲੈਂਸ ਦੇ ਬੜੇ ਸਤਾਏ ਹੋਏ ਲੋਕ ਆ ਜੀ। ਤੇ ਇਹਦਾ ਹੱਲ ਇੱਥੋਂ ਦੀਆਂ ਪੁਲਿਸਾਂ, ਅਦਾਲਤਾਂ, ਜੱਜਾਂ, ਕਾਨੂੰਨਾਂ, ਪ੍ਰਧਾਨ ਮੰਤਰੀ, MPਆਂ ਕੋਲ ਨਹੀਂ ਆ, ਸਾਡੇ ਆਪਣੇ ਦਿਮਾਗ ਦੇ ਵਿੱਚ ਆ।
ਜੇ ਉੱਥੇ ਅਸੀਂ ਥੋੜਾ ਠਰਮਾ ਲੈ ਆਈਏ ਵੀ ਅਸੀਂ ਕਿਹੜੇ ਕੰਮ ਘਰੋਂ ਤੁਰੇ ਆ ਤੇ ਕਿਹੜੇ ਕੰਮ ਅਸੀਂ ਕਰ ਰਹੇ ਆ, ਤੇ ਆਪਣੇ ਆਪ ਥੋੜਾ ਬਹੁਤਾ ਮਸਲਾ ਹੱਲ ਹੁੰਦਾ ਨਜ਼ਰ ਆਊਗਾ। ਜੋਲ ਸਾਹਿਬ, ਮੈਂ ਆਈ ਡੋਂਟ ਨੋ ਕਿ ਇਹ ਐਗਜ਼ਾਮਪਲ ਲਾਜ਼ਮੀ ਰਹਿੰਦੀ ਹੈ ਕਿ ਨਹੀਂ, ਜਾਂ ਢੁੱਕਦੀ ਵੀ ਨਹੀਂ ਹੈ ਕਿ ਨਹੀਂ। ਜਦੋਂ ਆ ਜਿਹੜਾ ਹਾਲ ਹੀ ਦੇ ਵਿੱਚ ਜੋ ਪ੍ਰੋਟੈਸਟ ਹੋਇਆ ਸੀ ਟਰੱਕਾਂ ਦੇ ਅਗੇਂਸਟ ਜਾਂ ਉਹਨਾਂ ਦੇ ਮਾਲਕਾਂ ਦੇ ਅਗੇਂਸਟ, ਮੈਂ ਤਾਂ ਬਸ ਇਹੀ ਬੇਨਤੀ ਕਰਦਾ ਜੀ ਕਿ ਜੇ ਤੁਹਾਨੂੰ ਪਹਿਲੇ ਮਹੀਨੇ ਜਾਂ ਪਹਿਲੇ 2 ਹਫ਼ਤੇ ਪੇਮੈਂਟਾਂ ਨਹੀਂ ਮਿਲੀਆਂ, ਜਾਂ ਪਹਿਲਾ ਮਹੀਨਾ ਵੀ ਨਹੀਂ ਤੁਹਾਨੂੰ ਪੇਮੈਂਟਾਂ ਮਿਲੀਆਂ, ਭਾਈ ਜੀ ਹੱਥ ਜੋੜ ਕੇ ਬੇਨਤੀ ਆ, ਛੱਡ ਦਿਓ, ਨਿਕਲ ਜਾਓ ਉੱਥੋਂ, ਬਿਕੋਜ਼ ਤੁਹਾਨੂੰ ਪਤਾ ਲੱਗ ਗਿਆ ਕਿ ਪੇਮੈਂਟ ਨਹੀਂ ਆਉਣੀ ਹੈ। ਇੰਸਟੈਡ ਆਫ ਲਿੰਗਰਿੰਗ ਇਟ ਅਰਾਊਂਡ ਫॉर 6-7 ਮੰਥਸ। ਇਸੇ ਹੀ ਮੈਂ ਰਿਲੇਸ਼ਨਸ਼ਿਪ ਦੀ ਗੱਲ ਕਰਦਾ। ਅਗਰ ਤੁਹਾਨੂੰ ਪਤਾ ਹੈ ਤੁਹਾਡੀ ਨਹੀਂ ਨਿਭਦੀ, ਨਹੀਂ ਬਣਦੀ, ਤਾਂ ਦੇयर ਇਜ਼ ਆਲਵੇਜ਼ ਆਪਸ਼ਨਸ। ਕਿਉਂਕਿ ਇਹ ਤਾਂ ਜੱਜ ਵੀ ਕਹਿੰਦੇ ਨਾ, ਹੁਣ ਆਪਾਂ ਆਟਵਾ ਦੀ ਗੱਲ ਕਰ ਰਹੇ ਸੀ, ਬਿਲਕੁਲ, ਉਹ ਕਹਿੰਦੇ ਵੀ ਇਹਨੇ ਜੇ ਭੁਪਿੰਦਰਪਾਲ ਨੇ ਗੁਰਪ੍ਰੀਤ ਕੌਰ ਨੇ ਇਕੱਠਿਆਂ ਹੀ ਰਹਿਣਾ ਸੀਗਾ ਤੇ ਵੀ ਇਹ ਜਗਤਾਰ ਨੂੰ ਮਾਰਨਾ ਹੀ ਕਿਉਂ ਜ਼ਰੂਰੀ ਸੀ। ਐਂਡ ਇੱਕ ਤਰ੍ਹਾਂ ਆਪਣੇ ਫੈਮਿਲੀ ਇੰਟਰਫੇਰੈਂਸ ਬੜੀ ਹੁੰਦੀ ਆ। ਹੁਣ ਉਹ ਕਹਿ ਰਿਹਾ ਨਾ ਕੋਰਟ ਵਿੱਚ ਵੀ ਮੇਰੀ ਸੱਸ ਜਿਹੜੀ ਹਟਦੀ ਨਹੀਂ ਸੀ ਦਖਲ ਦੇਣੋਂ। ਇਹ ਦਲਵਿੰਦਰ ਸਿੰਘ ਨੇ ਬਰੈਂਪਟਨ ਦੀ ਕੋਰਟ 'ਚ ਇਹ ਜੱਜ ਨੂੰ, ਮਤਲਬ ਉੱਥੇ ਚੱਲਦੇ ਮੁਕੱਦਮੇ 'ਚ ਗੱਲ ਕਹੀ ਆ ਜੀ ਵੀ ਸੱਸ ਇਸ ਕਰਕੇ ਜਹਾਨ ਤੋਂ ਗਈ ਆ ਵੀ ਉਹ ਹਟਦੀ ਨਹੀਂ ਸੀ ਸਾਡੇ ਵਿੱਚ ਦਖਲ ਦੇਣੋਂ। ਸੋ ਇਹ ਬਾਹਰ ਸਾਨੂੰ ਕਪਲਸ ਦੱਸਦੇ ਆ, ਇਹ ਗੱਲ ਆਮ ਕਰਦੇ ਆ ਭੈਣ ਭਰਾ ਜਿਹੜੇ ਬਹੁਤ ਘਰਾਂ ਦੇ ਵਿੱਚ ਔਖੇ ਆ, ਕਿ ਜਦੋਂ ਅਜੇ ਸਾਡੇ ਪੇਰੈਂਟਸ ਨਹੀਂ ਸੀ ਆਏ ਸਾਡੇ ਘਰ ਦਾ ਮਾਹੌਲ ਬਹੁਤ ਵਧੀਆ ਸੀਗਾ। ਜਦੋਂ ਅਸੀਂ ਉਹ ਇੱਥੇ ਆ ਗਏ, ਬੁਲਾ ਲਏ, ਤਸ਼ਰੀਫ ਦਾ ਟੋਕਰਾ ਲਿਆਂਦਾ ਤੇ ਉਹਨਾਂ ਨੇ ਜਾਣੀ ਆਪਣੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਤੇ ਸਾਡਾ ਜਿਹੜਾ ਉਹ ਖਿੰਡਰ ਪੁੰਡਰ ਗਿਆ ਸਾਰਾ ਜਿਹੜਾ ਘਰ ਦਾ ਸ਼ਾਂਤਮਈ ਮਾਹੌਲ ਸੀਗਾ। ਅਸੀਂ ਕਿਸੇ ਦਾ ਕਸੂਰ ਨਹੀਂ ਕਰਦੇ, ਪਰ ਇਹ ਤੁਸੀਂ ਪੁੱਛ ਕੇ ਦੇਖ ਲਓ ਘਰਾਂ ਦੇ ਵਿੱਚ ਜਿਹੜੇ ਕਲੇਸ਼ ਪਏ ਹੋਏ ਨੇ ਨਾ, ਇਹ ਭੈਣ ਭਰਾਵਾਂ ਨੂੰ ਇਕੱਲੇ ਬਿਠਾ ਕੇ ਕਿਤੇ ਪੁੱਛ ਕੇ ਦੇਖ ਲਓ ਵੀ ਇਹ ਭਾਈ ਸਾਹਿਬ ਜੀ ਤੁਹਾਡੇ ਜਿਹੜਾ ਘਰ ਦੇ ਵਿੱਚ ਮਾਹੌਲ ਹੈ ਇਹਦੀ ਜੜ ਕਿੱਥੇ ਹੈ। ਰਾਈਟ। ਕਾਫੀ ਸਾਰੇ ਸਾਡੇ ਲੋਕ ਕਹਿੰਦੇ ਆ ਸਾਡੇ ਪੇਰੈਂਟਸ ਸਾਡੀ ਬੱਸ ਨਹੀਂ ਚੱਲਣ ਦੇ ਰਹੇ, ਸਾਡੇ ਸੱਸ ਸਹੁਰੇ ਸਾਡੀ ਬੱਸ ਨਹੀਂ ਚੱਲਣ ਦੇ ਰਹੇ। ਸੋ ਇਹ ਜਿਹੜੀ ਘਟਨਾ ਵਾਪਰੀ ਹੈ ਜੀ, ਮੈਂ ਸਮਝਦਾ ਇਹਦੇ ਵਿੱਚ ਥੋੜਾ ਬਹੁਤਾ ਸਾਨੂੰ ਸਿੱਖਣਾ ਚਾਹੀਦਾ। ਡਿਸਕਸ ਕਰਨ ਦਾ ਮਤਲਬ ਵੀ ਇਹ ਹੀ ਆ ਵੀ ਅਸੀਂ ਕਮਿਊਨਿਟੀ ਇਹਦੇ ਵਿੱਚੋਂ ਕੁਝ ਲਰਨ ਕਰੀਏ ਬੈਟਰ ਫਿਊਚਰ ਵਾਸਤੇ। ਇਹ ਤਾਂ ਜੋ ਹੋਣਾ ਸੀ ਹੋ ਗਿਆ। ਅਸੀਂ ਇੱਕ ਕੇਸ ਦੀ ਗੱਲ ਨਹੀਂ ਕਰ ਰਹੇ ਵੀ ਏਦਾਂ ਹੋ ਗਿਆ। ਇਹ ਡਿਟੇਲ ਦੱਸਣ ਦਾ ਮਤਲਬ ਇਹ ਆ ਵੀ ਇਹਦੇ ਵਿੱਚੋਂ ਆਪਾਂ ਕੁਝ ਸਿੱਖ ਲਈਏ, ਆਉਣ ਵਾਲੇ ਸਮੇਂ 'ਚ ਘਟਨਾਵਾਂ ਰੁਕ ਜਾਣ। ਜਿੱਥੇ ਪੰਜਾਬੀ ਕਮਿਊਨਿਟੀ ਨੇ ਹਰਕਤਾਂ ਕੀਤੀਆਂ, ਉੱਥੇ ਕਈ ਇੱਦਾਂ ਦੇ ਵੀ ਪੰਜਾਬੀ ਲੋਕ ਨੇ ਜੋ ਨਾਮ ਰੌਸ਼ਨ ਕਰਦੇ ਰਹੇ ਜੀ, ਪੰਜਾਬੀ ਹੋਣ ਦਾ ਜਾਂ ਭਾਰਤੀ ਹੋਣ ਤੱਕ ਆਪਾਂ ਕਹਿ ਲਈਏ ਜੀ। 2 ਪੰਜਾਬੀ ਮੇਅਰ ਇਨ ਅਲਬਰਟਾ ਅਪੁਆਇੰਟ ਕੀਤੇ ਗਏ ਨੇ ਜੀ। ਜੋਲ ਸਾਹਿਬ, ਬਹੁਤ ਖੁਸ਼ੀ ਦੀ ਖਬਰ ਹੈ। ਅਰਸੇ ਅਪੁਆਇੰਟ ਵੀ ਲੋਕਾਂ ਨੇ ਆਪ ਕੀਤੇ ਆ, ਹਨਾ, ਔਰ ਬਹੁਤ ਧੜੱਲੇ ਦੇ ਨਾਲ ਜਿੱਤ ਹੈ ਜਿਹੜੀ ਅਮਰਜੀਤ ਸੋਹੀ ਦੀ ਐਡਮਿੰਟਨ ਦੇ ਵਿੱਚ ਹੋਈ ਆ। ਔਰ ਪਹਿਲੇ ਜਿਹੜੇ ਸਾਊਥ ਏਸ਼ੀਅਨ ਦੇ ਮੂਲ ਦੇ ਜਾਂ ਕਿਸੇ ਵੀ ਹੋਰ ਕਮਿਊਨਿਟੀ ਦੇ, ਹਨਾ, ਗੋਰਿਆਂ ਤੋਂ ਬਾਅਦ ਬਣੇ ਆ ਜਿਹੜੇ ਉਸ ਸ਼ਹਿਰ ਦੇ ਮੇਅਰ, 36ਵੇਂ ਮੇਅਰ ਹੋਣਗੇ, ਲੋਕਾਂ ਨੇ ਆਪ ਚੁਣੇ ਨੇ। ਔਰ ਬਹੁਤ ਸ਼ਾਨਦਾਰ ਜਿੱਤ ਹੋਈ ਆ। ਉਹਨਾਂ ਦੇ ਮੁਕਾਬਲੇ 'ਚ ਸੀਗੇ, ਉਹਨਾਂ ਦੇ ਮੁਕਾਬਲੇ 'ਚ ਸੀ 4 ਸਿਟੀ ਕਾਉਂਸਲਰ ਸਿਟਿੰਗ। ਵਾਓ। ਔਰ ਇਹਨਾਂ ਨੂੰ ਲੇਕਿਨ ਕਿ 45% ਵੋਟਾਂ ਦੇ ਨਾਲ ਜਿਹੜੀ ਜੀ ਸ਼ਾਨਦਾਰ ਜਿੱਤ ਉੱਥੇ ਪ੍ਰਾਪਤ ਹੋਈ ਆ। ਅਮਰਜੀਤ ਸੋਹੀ ਇਹ ਕੋਈ ਨਵਾਂ ਨਹੀਂ, ਪਰ ਆਪਾਂ ਦੇਖਿਆ ਵੀ ਕਿੱਥੋਂ ਉਹ ਸ਼ੁਰੂ ਹੋਏ ਨੇ। ਇੱਕ ਆਮ ਇਮੀਗ੍ਰੈਂਟ ਤੋਂ ਬਾਅਦ ਉਹ ਸਿਟੀ ਦੇ ਵਿੱਚ ਉੱਥੇ ਬੱਸ ਚਲਾਉਂਦੇ ਰਹਿੰਦੇ ਜੀ। ਉਸ ਤੋਂ ਬਾਅਦ ਉਹ ਸਿਟੀ ਕਾਉਂਸਲਰ ਬਣ ਗਏ, 3 ਟਰਮਾਂ ਉਹਨਾਂ ਨੇ ਕੀਤੀਆਂ। ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਬਣ ਗਏ 2015 'ਚ। ਉਸ ਤੋਂ ਬਾਅਦ ਫਿਰ ਉਹ ਨਾਲ ਹੀ ਕੈਬਨਿਟ ਮਿਨਿਸਟਰ ਬਣ ਗਏ ਜਸਟਿਨ ਟਰੂਡੋ ਹੋਣਾ ਦੇ ਨਾਲ ਜੀ। ਹਾਂਜੀ, ਫਿਰ ਬਾਈ ਚਾਂਸ ਉਹ 2019 'ਚ ਇਲੈਕਸ਼ਨ ਹਾਰ ਗਏ ਸੀਗੇ, ਤੇ ਲੇਕਿਨ ਕਿ ਉਸ ਤੋਂ ਬਾਅਦ ਹੁਣ ਉਹਨਾਂ ਨੇ ਲਗਾਤਾਰ ਆਪਣੀ ਤਿਆਰੀ ਕੀਤੀ ਤੇ ਐਡਮਿੰਟਨ ਦੇ ਹੁਣ ਉਹ ਅਗਲੇ ਮੇਅਰ ਜਿਹੜੇ ਉਹ ਬਣਨ ਜਾ ਰਹੇ ਆ। ਬਿਊਟੀਫੁਲ। ਏਦਾਂ ਹੀ ਫਿਰ ਜਿਹੜੀ ਜੀ ਪ੍ਰਾਪਤੀ ਕੈਲਗਰੀ ਦੇ ਵਿੱਚ ਹੋਈ ਆ। ਹੁਣ ਅਲਬਰਟਾ 'ਚ 2 ਹੀ ਵੱਡੇ ਸ਼ਹਿਰ ਹੈ ਜੀ, ਕੈਲਗਰੀ, ਦੋਨਾਂ ਦੇ ਮੇਅਰ ਹੀ ਪੰਜਾਬੀ ਹੈ ਜੀ। ਇਹ ਵੀ ਉੱਥੇ ਪ੍ਰਭਜੀਤ ਕੌਰ, ਵੈਸੇ ਤੇ ਗੋਂਡੈਕ ਕਰਕੇ ਉਹ ਆਪਣਾ ਨਾਂ ਲਿਖਦੇ ਨੇ, ਪਰ ਇਹਨੂੰ ਪੰਜਾਬੀ ਪੜ੍ਹਨ ਵੇਲੇ ਹੁਣ ਪੰਜਾਬੀ ਗੰਡੋਕ ਕਹਿ ਰਹੇ ਆ, ਗੰਡੋਕ, ਹਾਂ, ਪਰ ਅਫੀਸ਼ੀਅਲ ਜਾਨੀ ਕਿ ਗੋਂਡੈਕ ਆ ਉਹਨਾਂ ਦੇ ਜਿਹੜੇ ਨਾਂ ਹਨਾ ਜੀ। ਸੋ ਉਹ ਫਸਟ ਫੀਮੇਲ ਹੋਣਗੇ ਜੀ ਵੀ ਜਿਹੜੇ ਕੈਲਗਰੀ ਦੇ ਵਿੱਚ ਮੇਅਰ ਬਣਨਗੇ। ਵੈਸੇ ਬੋਰਨ ਤਾਂ ਉਹ ਹੈਗੇ ਇੰਗਲੈਂਡ ਦੇ, ਉੱਥੋਂ ਫਿਰ ਇੱਥੇ ਮਾਈਗ੍ਰੇਟ ਹੋਏ ਸੀਗੇ ਪੰਜਾਬੀ ਪਰਿਵਾਰ ਦੇ ਵਿੱਚ। ਜੋਤੀ ਗੋਂਡੈਕ ਤੇ ਪ੍ਰਭਜੋਤ ਕੌਰ ਗੰਡੋਕ ਕਰਕੇ ਉਹਨਾਂ ਨੂੰ ਹੁਣ ਕਿਹਾ ਜਾਣ ਲੱਗਾ। ਸੋ ਉਹ ਮੇਅਰ ਹੋਣਗੇ ਜੀ ਕੈਲਗਰੀ ਦੇ। ਸੋ ਉਸ ਲਿਹਾਜ਼ ਨਾਲ ਜੀ ਵੀ ਇਹ ਕਹਿ ਲਓ ਵੀ ਪੰਜਾਬੀਆਂ ਨੇ ਜਿੱਥੇ ਇਹ ਕਾਮਯਾਬੀ ਦੇ ਝੰਡੇ ਗੱਡੇ ਨੇ, ਅਕਸਰ ਲੋਕਾਂ ਨੇ ਵੋਟਾਂ ਪਾਈਆਂ ਤੇ ਦੋਨੇ ਬਣੇ ਨੇ। ਤੇ ਉਸ ਲਿਹਾਜ਼ ਨਾਲ ਜੀ ਵੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਵੀ ਜਿਹੜੇ ਲੋਕ ਇੱਥੇ ਆਦੀਵਾਸੀ ਨੇ, ਮੂਲ ਵਾਸੀ ਨੇ, ਇੰਡੀਜਨਸ ਨੇ, ਉਹਨਾਂ ਨਾਲੋਂ ਵੱਧ MP ਸਾਡੀ ਕਮਿਊਨਿਟੀ ਦੇ ਨੇ। ਬਿਲਕੁਲ। ਤੇ ਵੀ ਇੰਨੀਆਂ ਵੱਡੀਆਂ ਜੇ ਸਾਡੀਆਂ ਉੱਚ ਅਹੁਦੇ ਤੇ ਪ੍ਰਾਪਤੀਆਂ ਆ,
ਤੇ ਫਿਰ ਥੱਲੇ ਹੇਠਲੇ ਪੱਧਰ ਤੇ ਜਾਣੀ ਉਹ ਰਿਫਲੈਕਟ ਵੀ ਹੋਣਾ ਚਾਹੀਦਾ ਵੀ ਸਾਡੀ ਕਮਿਊਨਿਟੀ ਦੀ ਜਿਹੜੀ ਚੜ੍ਹਤ ਉਸ ਲੈਵਲ ਤੇ ਏਦਾਂ ਦੇ ਨਿਕੰਮੇ ਕੇਸ ਸਾਡੇ ਸਾਹਮਣੇ ਨਾ ਆਉਣ ਤੇ ਅਸੀਂ ਹੋਰ ਵੀ ਅੱਗੇ ਜਾ ਸਕਦੇ ਹਾਂ। ਜੀ 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 ਬਿਲਕੁਲ ਜੀ। ਸੋ ਬਹੁਤ ਸਾਰੀਆਂ ਮੁਬਾਰਕਾਂ ਇਸ ਦੋ ਮੇਅਰ ਨੂੰ ਐਂਡ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਸਾਡੇ ਕਮਿਊਨਿਟੀ ਦੇ ਵਿੱਚ ਪ੍ਰਾਪਤੀਆਂ ਹੁੰਦੀਆਂ ਨੇ। ਸਾਡਾ ਬੜਾ ਮਾਣ ਹੁੰਦਾ ਕਿ ਯਾਰ ਆਪਣੇ ਬੰਦੇ ਖੜੇ ਸੀ, ਆਪਣੇ ਬੰਦੇ ਜਿੱਤੇ। ਸੋ ਇਟਸ ਵੈਰੀ ਵੈਰੀ ਗੁੱਡ। ਜੌਲ ਸਾਹਿਬ ਕਹਿੰਦੇ ਬਰੈਂਪਟਨ ਦੇ ਵਿੱਚ ਚੂਹਿਆਂ ਦਾ ਭੰਡਾਰ ਆਇਆ ਜੀ। ਪੈਸੇ ਅੱਗੇ ਨਾਲੋਂ ਕਹਿੰਦੇ ਘਟੇ ਆ ਜੀ। ਹਾਂਜੀ ਕਿਉਂਕਿ ਪਿਛਲੇ ਸਾਲ ਜਿਹੜਾ ਸੀਗਾ ਸਾਡਾ ਨੰਬਰ ਬਰੈਂਪਟਨ ਦਾ ਜਾਣੀ ਕਿ ਚੂਹਿਆਂ ਦੀ ਪਾਪੂਲੇਸ਼ਨ ਦੇ ਪੱਖੋਂ, ਕਿਉਂਕਿ ਚੂਹੇ ਜਿਹੜੇ ਨਾ ਜੀ ਜਦੋਂ ਰੈਸਟੋਰੈਂਟ ਦੇ ਵਿੱਚ ਮਠਿਆਈਆਂ ਲੱਗੀਆਂ ਜਾਂ ਹੋਰ ਉੱਥੇ ਜਦੋਂ ਫਿਰਦੇ ਹੋਣ ਲੋਕ ਵੀਡੀਓ ਬਣਾ ਕੇ ਪਾਉਂਦੇ ਆ ਹਾਂਜੀ, ਤੇ ਫਿਰ ਆਉਂਦੇ ਆ ਹੈਲਥ ਇੰਸਪੈਕਟਰ ਸੀਲ ਕਰ ਦਿੰਦੇ, ਰੈਸਟੋਰੈਂਟ ਹੀ ਬੰਦ ਹੋ ਜਾਂਦਾ ਜੀ। ਇਸ ਕਰਕੇ ਵੀ ਇਹ ਬਿਮਾਰੀਆਂ ਫੈਲਾਉਣ ਦਾ ਕਿਉਂਕਿ ਕਾਰਨ ਬਣਦੇ ਆ। ਔਰ ਸਿਟੀ ਵੱਲੋਂ ਤਾਂ ਜੀ ਵੀ ਗ੍ਰਾਂਟ ਵੀ ਦਿੱਤੀ ਜਾਂਦੀ ਉਹ ਲੋਕ ਜਿਹੜੇ ਕਿ ਇਸ ਤਰ੍ਹਾਂ ਦੇ ਜਾਣੀ ਕਿ ਚੂਹੇ ਵਗੈਰਾ ਖਤਮ ਕਰਨਾ ਚਾਹੁੰਦੇ ਹੋਣ ਆਲੇ ਦੁਆਲੇ ਦੇ ਵਿੱਚੋਂ। ਇਹਨਾਂ ਦਾ ਇੱਕ ਸੀਜ਼ਨ ਹੁੰਦਾ ਤੇ ਹੁਣ ਲੇਕਿਨ ਇਹ ਹੈ ਜੀ ਵੀ ਇਹ ਨਵੀਂ ਰਿਪੋਰਟ ਦੇ ਮੁਤਾਬਕ ਇਹ ਪਤਾ ਲੱਗ ਰਿਹਾ ਵੀ ਬਰੈਂਪਟਨ ਦੇ ਵਿੱਚ ਚੂਹੇ ਪਹਿਲਾਂ ਦੇ ਮੁਕਾਬਲੇ ਥੋੜੇ ਜਿਹੇ ਘਟੇ ਆ, ਪਰ ਬਹੁਤ ਕੋਈ ਵੱਡਾ ਫਰਕ ਨਹੀਂ ਪਿਆ। ਜਾਣੀ ਕਿ ਕੈਨੇਡਾ ਭਰ ਦੇ ਵਿੱਚ ਪਿਛਲੇ ਸਾਲ ਜੇ ਬਰੈਂਪਟਨ ਦਾ ਨੰਬਰ 7ਵਾਂ ਸੀਗਾ ਤੇ ਇਸ ਵਾਰ ਜਾਣੀ 8ਵਾਂ ਹੋ ਗਿਆ ਜੀ। ਤੇ ਪਰ ਅਜੇ ਵੀ ਜਿਹੜਾ ਜਾਣੀ ਬਰੈਂਪਟਨ ਨੂੰ ਕਿਹਾ ਜਾ ਸਕਦਾ ਵੀ ਇਹ ਵਨ ਆਫ ਦਾ ਮੇਨ ਮਾਊਸ ਇਨਫੈਸਟਡ ਸਿਟੀਜ਼ ਇਨ ਕੈਨੇਡਾ। ਓ ਮਾਈ ਗॉड 905 813 1320 one creature that I'm scared of is ਚੂਹੇ। That's all I'm scared of. I hate ਚੂਹੇ। ਹੈ ਛੋਟੇ ਜਿਹੇ ਚੀਜ਼ਾਂ ਇਹਦਾ ਫਰਲੀਆਂ ਵਾਂਗੂ ਜਾਂਦੀਆਂ ਨਾ ਕਿਤੇ ਕਿਤੇ, ਪਤਾ ਕਿੱਥੇ ਲੁਕ ਜਾਂਦੀਆਂ। ਬਟ ਇਹ ਆਈ ਥਿੰਕ ਇਹ ਆਪਣੀ ਡੂਇੰਗ ਵੀ ਹੈ। ਜੇ ਆਪਾਂ ਆਪਣਾ ਆਲੇ ਦੁਆਲਾ ਘਰ ਨਹੀਂ ਸਾਫ਼ ਰੱਖਾਂਗੇ, ਜੰਕ ਸੁੱਟੀ ਜਾਵਾਂਗੇ, ਆਈ ਥਿੰਕ ਵੀ ਆਰ ਦ ਵਨਸ ਟੂ ਬੀ ਬਲੇਮਡ ਫॉर ਦਿਸ ਐਜ਼ ਵੈਲ। ਔਰ ਇਹ ਚੂਹੇ ਹੀ ਆ ਜਿਨ੍ਹਾਂ ਦੇ ਕਰਕੇ ਜਾਨੀ ਕਿ ਮਾਰੂ ਪਲੇਗ ਵਗੈਰਾ ਫੈਲਦੀ ਆ ਜੀ। ਹਾਂਜੀ, ਸੋ ਇਹਨਾਂ ਦੇ ਅੰਦਰ ਮਤਲਬ ਕੁਝ ਇਸ ਤਰ੍ਹਾਂ ਦੇ ਜਰਮਸ ਹੁੰਦੇ ਆ ਜਿਹੜੇ ਕਿ ਮਰਦੇ ਨਹੀਂ ਜੀ ਜੀ ਇਨਫੈਕਟ ਹੋ ਸਕਦਾ। ਸੋ ਪਲੀਜ਼ ਆਪਣਾ ਜੋ ਵੀ ਪੈਸਟ ਕੰਟਰੋਲ ਕਰਾਓ ਘਰਾਂ ਦੇ ਵਿੱਚ, ਰੈਗੂਲਰਲੀ ਕਰਨਾ ਚਾਹੀਦਾ। ਜਿੱਦਾਂ ਆਪਾਂ ਡਗ ਕਲੀਨਿੰਗ ਕਰਦੇ ਘਰਾਂ ਦੇ ਵਿੱਚ, ਉਹਦਾ ਸਾਨੂੰ ਅਰਾਊਂਡ ਦਾ ਹਾਊਸ ਪੈਸਟ ਕੰਟਰੋਲ ਵੀ ਕਰ ਲੈਣਾ ਚਾਹੀਦਾ। ਇਹ ਆਪਣੀ ਸਿਕਿਉਰਿਟੀ ਵਾਸਤੇ ਵਧੀਆ ਰਹਿੰਦਾ ਜੀ। 905 813 1320 905 813 1320। ਹੁਣ ਬਾਇਓਮੈਟ੍ਰਿਕ ਦੀ ਗੱਲਬਾਤ ਕਰਦੇ ਆ ਜੌਲ ਸਾਹਿਬ। ਬਹੁਤ ਹੀ ਲਾਈਨਅਪ ਲੰਬੀਆਂ ਲੱਗੀਆਂ ਹੋਈਆਂ ਨੇ ਐਂਡ ਕੁਛ ਨਿਊਜ਼ ਆਈ ਹੈ ਜੀ ਬਾਇਓਮੈਟ੍ਰਿਕਸ ਫॉर ਕੈਨੇਡਾ ਦੇ ਵਾਸਤੇ, ਵੀਜ਼ੇ ਦੇ ਵਾਸਤੇ ਵੀ। ਕੈਨੇਡਾ ਹਰਸ਼ ਅਜੇ ਵੀ ਜਾਣੀ ਕਰੋੜਾਂ ਲੋਕਾਂ ਨੂੰ ਅਟਰੈਕਟ ਕਰਦਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ, ਤੇ ਸਭ ਤੋਂ ਵੱਧ ਤੇ ਵੈਸੇ ਲੱਗਦਾ ਪੰਜਾਬੀਆਂ ਨੂੰ ਹੀ ਕਰਦਾ। ਕਿਉਂਕਿ ਪੰਜਾਬ ਦੇ ਵਿੱਚ ਜਾ ਕੇ ਪੁੱਛ ਲਓ ਜੇ ਲੋਕਾਂ ਦਾ ਕੋਈ ਕੰਮ ਆ ਤੇ ਉਹ ਇਹੀ ਕੰਮ ਆ ਵੀ ਬੱਚਿਆਂ ਨੂੰ ਕੈਨੇਡਾ ਵਾਸਤੇ ਤਿਆਰ ਕਰਨਾ ਜੀ। ਉਹਨਾਂ ਨੂੰ 12 ਪੜ੍ਹਾਉਣਾ, ਫਿਰ ਆਇਲਟਸ ਕਰਾਉਣਾ, ਉਸ ਤੋਂ ਬਾਅਦ ਚਲੋ ਜੀ ਇਹ ਹੈ ਨਾ। ਤੇ ਇਸ ਦੇ ਨਾਲ ਹੀ ਜਾਣੀ ਕਿ ਅਸੀਂ ਤੇ ਭੈਣ ਭਰਾਵਾਂ ਨੂੰ ਬੇਨਤੀ ਵੈਸੇ ਇਹ ਕਰ ਕਰਕੇ ਥੱਕ ਜਾਂਦੇ ਆ, ਮੰਨਦੇ ਤਾਂ ਘੱਟ ਹੈ, ਕਿਤੇ ਕਿਤੇ ਮੰਨਦੇ ਆ ਵੈਸੇ ਵੀ ਤੁਸੀਂ ਜਿਹੜਾ 2 4 5 ਸਾਲ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆ ਕੇ ਖੱਜਲ ਹੋਣਾ ਆ। ਤੁਸੀਂ ਕਦੀ ਕਿਸੇ ਤਰ੍ਹਾਂ ਦੀ ਹੈ ਨਾ ਮਿਹਨਤ, ਬੱਚੇ ਕੀ ਨਹੀਂ ਕਰਦੇ, ਕਿੱਦਾਂ ਦੇ ਸ਼ੋਸ਼ਣ ਉਹ ਨਹੀਂ ਉਹਨਾਂ ਨੂੰ ਜਰਨੇ ਪੈਂਦੇ ਜੀ। ਇਹਦੇ ਮੁਕਾਬਲੇ ਜੇ ਉਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪੇਰੈਂਟਸ ਦੀ ਸਰਪ੍ਰਸਤੀ ਦੇ ਵਿੱਚ ਹੀ ਰਹਿ ਕੇ ਕੋਈ ਇਸ ਤਰ੍ਹਾਂ ਦੀ ਸਕਿੱਲ ਆਪਣੇ ਅੰਦਰ ਡਿਵੈਲਪ ਕਰ ਲੈਣ, BA MA ਤੱਕ ਦੀ ਪੜ੍ਹਾਈ ਖਤਮ ਕਰ ਲੈਣ ਸ਼ਾਨ ਦੇ ਨਾਲ, ਤੇ ਅਜੇ ਸਟਿਲ ਉਹ ਜਾਣੀ BA MA ਜਦੋਂ ਕਰੂਗੇ ਤੇ 25 ਸਾਲ ਦੇ ਆਸ-ਪਾਸ ਏਜ ਹੋਏਗੀ ਜੀ। ਤੇ ਉਹ ਵਨ ਆਫ ਦਾ ਜਾਣੀ ਮੋਸਟ ਪ੍ਰੈਫਰਡ ਏਜ ਆ ਜਦੋਂ ਕੈਨੇਡਾ 'ਚ ਕੋਈ ਇਮੀਗ੍ਰੈਂਟ ਆ ਸਕਦੇ ਨੇ। ਕਹਿਣ ਦਾ ਮਤਲਬ ਇਹ ਕਿ ਉੱਥੋਂ ਤੁਸੀਂ ਬਹੁਤ ਪਲੈਨਡ ਤਰੀਕੇ ਨਾਲ ਆਪਣੀ ਸਕਿੱਲ ਜਿਹੜੀ ਆ, ਐਲੀਜੀਬਿਲਿਟੀ ਜਿਹੜੀ ਆ ਸਕਿਲਡ ਵਰਕਰ ਕੈਟੇਗਰੀ ਦੇ ਵਿੱਚ ਡਿਵੈਲਪ ਕਰੋ ਜੀ। 25 ਸਾਲ ਦੀ ਏਜ ਤੱਕ ਪੂਰੇ ਤਿਆਰ ਹੋ ਜਾਓ, ਤੁਹਾਡਾ ਕੰਮ ਦਾ ਤਜਰਬਾ ਹੋ ਜੇ, 2-3 ਸਾਲ ਦਾ ਤੁਹਾਡੇ ਕੋਲ, 4 ਸਾਲ ਦਾ ਹੋ ਜੇ ਤਾਂ ਬਹੁਤ ਹੀ ਵਧੀਆ ਗੱਲ ਆ। ਤੁਹਾਡੇ ਕੋਲ MA BA ਦੀ ਡਿਗਰੀ ਹੋ ਜੇ, ਤੁਹਾਡੇ ਕੋਲ ਇੰਗਲਿਸ਼ ਦੇ ਬੈਂਡ ਹੋ ਜਾਣ, ਜਾਣੀ ਕੰਪੀਟੈਂਸੀ 7-8 ਬੈਂਡ ਹੋ ਜਾਣ। ਕੁੱਲ ਮਿਲਾ ਕੇ ਰਿਸ਼ਤੇਦਾਰ ਤੇ ਹੁਣ ਸਾਰਿਆਂ ਦਾ ਕੋਈ ਨਾ ਕੋਈ ਇੱਥੇ ਹੈਗਾ ਆ, ਉਹਦੇ ਵੀ ਪੁਆਇੰਟਸ ਐਡ ਹੋ ਜਾਂਦੇ ਆ। ਜਾਣੀ ਬੜੀ ਸ਼ਾਨ ਦੇ ਨਾਲ ਲੋਕ ਘਰੋਂ ਸਿੱਧਾ ਤੁਰ ਕੇ ਪੱਕੀ ਇਮੀਗ੍ਰੇਸ਼ਨ ਲੈ ਕੇ ਕੈਨੇਡਾ 'ਚ ਲੈਂਡ ਕਰ ਸਕਦੇ ਆ ਜੀ। ਆਹ ਜਿਹੜਾ ਹੁਣ ਜਾਣੀ ਕਿ ਬਹੁਤ ਮਹਿੰਗਾ ਤੇ ਰਿਸਕੀ ਵੇ ਅਸੀਂ ਜਲਦੀ ਪਹੁੰਚਣ ਵਾਲਾ ਆਪਣੇ ਜਿੱਤੋਂ ਤਿਆਰ ਕੀਤਾ ਨਾ, ਇਹਦੇ ਨਾਲ ਹੁਣ ਬਹੁਤ ਸਾਰੇ ਬੱਚੇ ਸਫਲ ਵੀ ਹੋ ਰਹੇ ਆ, ਨੋ ਡਾਊਟ। ਪਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਫੇਲ ਹੋ ਰਹੇ ਨੇ ਬੱਚੇ, ਜਾਂ ਜੋ ਇੱਥੇ ਮਾਹੌਲ ਬਣ ਰਿਹਾ ਦੇ ਕਰਕੇ ਕਈ ਵਾਰੀ ਆਪਾਂ ਦੋਸ਼ ਲਾ ਦਿੰਦੇ ਹਾਂ ਵੀ ਉਹ ਚੀਜ਼ਾਂ ਬੱਚੇ ਨਾਲੇ ਤੇ ਉੱਥੇ ਪੇਰੈਂਟਸ ਕੋਲ ਰਹਿਣਗੇ, ਨਾਲੇ ਉੱਥੇ ਆਪਣੇ ਆਪ ਨੂੰ ਪ੍ਰਿਪੇਅਰ ਕਰਨਗੇ, ਤੇ ਇੱਥੇ ਸ਼ਾਮ
ਆਉਣਗੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਐਕਸਪਲੋਇਟੇਸ਼ਨ ਜਾਂ ਲੁੱਟਮਾਰ ਜਿਹੜੀ ਆ ਚੱਲ ਰਹੀ ਆ, ਵੱਖ-ਵੱਖ ਆਪਾਂ ਗੱਲਾਂ ਕਰਦੇ ਰਹਿੰਦੇ ਹਾਂ ਜੀ, ਉਹਨਾਂ ਵਿੱਚੋਂ ਕਿਸੇ ਚੋਂ ਲੰਘਣਾ ਨਹੀਂ ਪਊਗਾ। ਸੋ ਮੈਨੂੰ ਲੱਗਦਾ ਕਿ ਅਸੀਂ ਵੱਧ ਇੱਜ਼ਤ ਨਾਲ ਇਸ ਮੁਲਕ ਦੇ ਵਿੱਚ ਆ ਸਕਦੇ ਹਾਂ, ਰਹਿ ਸਕਦੇ ਹਾਂ, ਵਸ ਸਕਦੇ ਹਾਂ, ਜੇ ਸਾਡਾ ਸੁਪਨਾ ਵੀ ਹੋਵੇ ਤਾਂ। ਜੀ, ਜੇ ਉਹ ਸਟਰੀਮ ਜਾਂ ਜਿਹੜੀਆਂ ਕਿ ਸਾਨੂੰ ਸ਼ਾਨ ਨਾਲ ਆਉਣ ਦਾ ਦਿੰਦੀਆਂ, ਉਹਨਾਂ ਦੇ ਅਕੋਰਡਿੰਗਲੀ ਅਸੀਂ ਆਪਣੇ ਆਪ ਨੂੰ ਕੁਆਲੀਫਾਈ ਕਰ ਲਈਏ ਤਾਂ ਜੀ। ਪਰ ਲੇਕਿਨ ਕਿ ਕਾਹਲੀ ਹੈ ਜੀ, ਸੋ ਉਸ ਕਰਕੇ ਫਿਰ ਜਿਹੜੀ ਆ ਬਾਇਓਮੈਟ੍ਰਿਕਸ ਆ ਉਹਦੀਆਂ ਅਪਾਇੰਟਮੈਂਟਸ ਮਿਲਦੀਆਂ, ਕੋਵਿਡ ਕਰਕੇ ਉਹਦੇ ਵਿੱਚ ਕਾਫੀ ਡਿਲੇ ਵੀ ਹੋਏ ਆ, ਹੁਣ ਅਪਾਇੰਟਮੈਂਟਸ ਜਿਹੜੀਆਂ ਸਕੈਜੂਲ ਹੋ ਗਈਆਂ ਜੀ। ਪਰ ਜਿੱਥੇ ਤੁਹਾਨੂੰ ਪਤਾ ਜੀ ਵੀ ਡਿਮਾਂਡ ਹੋਵੇ ਉੱਥੇ ਸਪਲਾਈ ਘੱਟ ਹੋਣ ਕਰਕੇ ਲੁੱਟਮਾਰ ਤੇ ਸ਼ੁਰੂ ਹੋ ਹੀ ਜਾਂਦੀ ਆ। ਉਹ ਹੁਣ ਲੁੱਟਮਾਰ ਕਈ ਮਤਲਬ ਬਾਇਓਮੈਟ੍ਰਿਕਸ ਦੀ ਜਿਹੜੀ ਅਪਾਇੰਟਮੈਂਟ ਤੁਹਾਨੂੰ ਜਲਦੀ ਦਿਵਾਉਣ ਦੇ ਬਹਾਨੇ ਏਜੰਟ ਉੱਥੇ ਇੰਡੀਆ 'ਚ ਕਰੀ ਜਾਂਦੇ ਆ। ਹਾਂਜੀ, ਤੁਹਾਨੂੰ ਨਹੀਂ ਮਿਲ ਰਹੀ, ਅਸੀਂ ਦਵਾਉਂਦੇ ਹਾਂ ਜੀ। ਉਹ ਹੁਣ ਆ ਤੇ ਭਾਵੇਂ ਸਿਸਟਮ ਦੇ ਵਿੱਚ ਆਪਣੇ ਆਪ ਹੀ ਜਾਵੇ, ਉਹ ਏਜੰਟ ਨੇ ਕਹਿਣਾ ਮੈਂ ਦਵਾਈ ਆ ਜੀ। ਇਸ ਕਰਕੇ ਥੋੜ੍ਹਾ ਜਿਹਾ ਇਹ ਸੰਭਲਣ ਦੀ ਲੋੜ ਆ। ਇਹ ਕੈਨੇਡੀਅਨ ਐਮਬੈਸੀ ਨੇ ਅਫੀਸ਼ੀਅਲੀ ਜਾਣੀ ਲੋਕਾਂ ਨੂੰ ਅੱਜ ਅਵੇਅਰ ਕੀਤਾ ਵੀ ਕੋਈ ਵੀ ਜਿਹੜਾ ਏਜੰਟ ਆ, ਕੋਈ ਵੀ ਵਿਅਕਤੀ ਆ, ਤੁਹਾਡੀ ਬਾਇਓਮੈਟ੍ਰਿਕਸ ਜਿਹੜੀ ਅਪੁਆਇੰਟਮੈਂਟ ਆ ਉਹਨੂੰ ਐਕਸਪੀਡਾਈਟ ਨਹੀਂ ਕਰ ਸਕਦੇ। ਕਹਿਣ ਦਾ ਮਤਲਬ ਉਹਨੂੰ ਪਹਿਲ ਦੇ ਆਧਾਰ ਤੇ ਤੁਹਾਨੂੰ ਅਪੁਆਇੰਟਮੈਂਟ ਨਹੀਂ ਦਵਾ ਸਕਦੇ ਬਾਇਓਮੈਟ੍ਰਿਕਸ ਦੀ, ਉਹ ਵਾਰੀ ਅਨੁਸਾਰ ਹੀ ਆਉਣੀ ਆ। ਸੋ ਇਸ ਕਰਕੇ ਆਪਣਾ ਈਮੇਲ ਚੈੱਕ ਕਰਦੇ ਰਹਿਣ ਦੀ ਲੋੜ ਹੈ, ਤੇ ਕਿਸੇ ਨੂੰ ਵੀ ਜਿਹੜਾ ਕਵੇ ਕਿ ਵੀ ਮੈਂ ਤੁਹਾਡੀ ਬਾਇਓਮੈਟ੍ਰਿਕਸ ਅਪੁਆਇੰਟਮੈਂਟ ਜਿਹੜੀ ਜਲਦੀ ਦਵਾ ਦੂੰ, ਉਹਨੂੰ ਪੈਸੇ ਦੇਣ ਦੀ ਲੋੜ ਕੋਈ ਨਹੀਂ। ਉਹ ਜਿਹੜਾ ਠੱਗੀ ਦਾ ਨਹੀਂ ਤੇ ਧੰਦਾ ਉਹ ਵਿਅਕਤੀ ਚਲਾਉਂਦੇ ਨੇ ਜੀ। ਜੀ, ਸੋ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਵੀਜ਼ਾ ਦੇ ਮੁਤਾਬਕ ਜਾਂ ਕੋਈ ਵੀ ਇਨਫੋਰਮੇਸ਼ਨ ਜਾਂ ਨਿਊਜ਼ ਤੁਸੀਂ ਜੁੜਨਾ ਚਾਹੁੰਦੇ ਹੋ ਜੌਲ ਸਾਹਿਬ ਦੇ ਨਾਲ, ਤਾਂ 4168953784 4168953784 ਤੇ ਜੌਲ ਸਾਹਿਬ ਦੇ ਨਾਲ ਐਨੀ ਟਾਈਮ ਤੁਸੀਂ ਗੱਲਬਾਤ ਕਰ ਸਕਦੇ ਹੋ, ਜਾਂ ਮੇਰੇ ਤੋਂ ਸ਼ੋਅ ਤੋਂ ਬਾਅਦ ਜੌਲ ਸਾਹਿਬ ਦਾ ਨੰਬਰ ਵੀ ਲੈ ਸਕਦੇ ਹੋ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਐਂਡ ਹੈਵ ਅ ਵੰਡਰਫੁਲ ਡੇ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।